ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਮਿਲਣੀ ਵਿੱਚ ਦਿਸਿਆ ਜਵਾਨੀ ਦਾ ਸੰਕਟ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅੱਜ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਵਿੱਚ ਪਹਿਲੀ ਕਿਸਾਨ ਮਿਲਣੀ ਦਾ ਜਿਹੜਾ ਆਯੋਜਨ ਕੀਤਾ ਗਿਆ, ਕਿਸਾਨ ਮਿਲਣੀ ਕਰਵਾਈ ਗਈ ਹੈ। ਅਸੀਂ ਜਿਸ ਦੇ ਵਿੱਚ ਮੁੱਖ ਮਕਸਦ ਇਹੀ ਕਹਿ ਦਈਏ ਵੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਖੇਤੀ ਨੀਤੀ ਬਣਾਈ ਜਾਣੀ ਹੈ ਉਸ ਬਾਰੇ ਕਿਸਾਨਾਂ ਦੇ ਸੁਝਾਅ ਲਏ ਜਾ ਰਹੇ ਹੈ, ਖੇਤੀ ਮਾਹਰਾਂ ਦੇ ਸੁਝਾਅ ਲਏ ਜਾ ਰਹੇ ਹੈ, ਉਸ ਬਾਰੇ ਅੱਜ ਗੱਲਬਾਤ ਕੀਤੀ ਗਈ ਹੈ। ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ, ਕਿਉਂਕਿ ਇਹ ਪੰਜਾਬ ਸਰਕਾਰ ਦੀ ਪਹਿਲੀ ਕਿਸਾਨ ਮਿਲਣੀ ਸੀ, ਉਸ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੁੰਗਾਰਾ ਹੈ ਉਹ ਦੇਖਣ ਨੂੰ ਮਿਲਿਆ, ਕਿੰਨੇ ਕੁ ਕਿਸਾਨ ਜਿਹੜੇ ਨੇ ਉੱਥੇ ਪਹੁੰਚੇ ਨੇ। ਅੱਜ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ 'ਚ ਪੰਜਾਬ ਸਰਕਾਰ ਦੀ ਪਹਿਲੀ ਸਰਕਾਰ ਕਿਸਾਨ ਮਿਲਣੀ ਸੀ ਜੀ, ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ਤੇ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੈਬਨਿਟ ਦੇ ਕਈ ਸਾਥੀ ਹੈ ਜਿਹੜੇ ਸਮੇਤ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ, ਉਹ ਵੀ ਸਾਰੇ ਹਾਜ਼ਰ ਸਨ ਜੀ। ਤੇ ਤਕਰੀਬਨ ਆਤਿਸ਼ ਜੀ ਬਰੀਫਲੀ ਆਪਾਂ ਗੱਲ ਕਰਨੀ ਹੋਵੇ ਤਾਂ ਤਕਰੀਬਨ 5000 ਕਿਸਾਨ ਦਾ ਜਿਹੜਾ ਆਮਦ ਦਾ ਜਾਂ ਸ਼ਮੂਲੀਅਤ ਦਾ ਜਿਹੜਾ ਇੱਕ ਟਾਰਗੇਟ ਮਿਥਿਆ ਗਿਆ ਸੀ ਔਰ ਪੂਰੇ ਪੰਡਾਲ ਨੂੰ ਅਲੱਗ-ਅਲੱਗ ਭਾਗਾਂ ਦੇ ਵਿੱਚ ਉਹਨਾਂ ਨੇ ਵੰਡਿਆ ਸੀਗਾ ਕਿ ਇੱਕ ਸਾਈਡ ਤੇ ਕਾਟਨ ਵਾਲੇ ਬੈਠਣਗੇ, ਇੱਕ ਸਾਈਡ ਤੇ ਜਿਹੜੇ ਗੰਨਾ ਕਾਸ਼ਤਕਾਰ ਬੈਠਣਗੇ। ਇਸ ਤਰ੍ਹਾਂ ਜਿਹੜੇ ਅਲਾਈਡ ਧੰਦਿਆਂ ਵਾਲੇ ਹੈ ਕਿਸਾਨ ਹੈ ਉਹ ਇੱਕ ਸਾਈਡ ਤੇ ਬੈਠਣਗੇ। ਉਹਨਾਂ ਦੇ ਨਾਲ ਅਲੱਗ-ਅਲੱਗ ਜਿਹੜੇ ਐਕਸਪਰਟ ਹੈ ਉਹ ਬਿਠਾਏ ਗਏ ਸੀ ਤੇ ਅੱਜ ਮੁੱਖ ਮੰਤਰੀ ਜਦੋਂ ਉੱਥੇ ਜਾਂਦੇ ਨੇ ਦੁਪਹਿਰ ਵਕਤ ਤਾਂ ਸਾਰੇ ਸਭ ਤੋਂ ਪਹਿਲਾਂ ਉਹ ਕਿਸਾਨਾਂ ਨਾਲ ਮੁਲਾਕਾਤ ਕਰਦੇ ਨੇ, ਉਹਨਾਂ ਨਾਲ ਸੰਵਾਦ ਰਚਾਉਂਦੇ ਨੇ ਔਰ ਅਲੱਗ-ਅਲੱਗ ਪੰਡਾਲ 'ਚ ਜਦੋਂ ਪਹੁੰਚਦੇ ਨੇ ਤਾਂ ਕਿਸਾਨ ਆਪਣੀਆਂ ਮੁਸ਼ਕਲਾਂ ਵੀ ਉਹਨਾਂ ਨਾਲ ਸਾਂਝੀਆਂ ਕਰਦੇ ਨੇ, ਉਹਨਾਂ ਤੋਂ ਫੀਡਬੈਕ ਵੀ ਲਈ ਜਾਂਦੀ ਜੀ। ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਵੀ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਚਾਹੁੰਦੀ ਹੈ ਕਿ ਕਿਸਾਨੀ ਦਾ ਕੁਛ ਨਾ ਕੁਛ ਜਿਹੜਾ ਹੱਲ ਹੈ ਉਹ ਕੀਤਾ ਜਾਵੇ, ਜਾਂ ਜਿਵੇਂ ਇਹਨਾਂ ਨੇ ਪਹਿਲ ਕੀਤੀ ਹੈ ਕਿ ਅਸੀਂ ਖੇਤੀ ਨੀਤੀ ਬਣਾਉਣੀ ਹੈ। ਜੀ ਬਿਲਕੁਲ। ਆਪਾਂ ਪਹਿਲਾਂ ਵੀ ਚਰਚਾ ਕਰਦੇ ਹੁੰਦੇ ਹਾਂ ਕਿ ਖੇਤੀ ਨੀਤੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਬਣਾਈਆਂ ਸੀ। 2012 ਦੇ ਵਿੱਚ ਖੇਤੀ ਪਾਲਿਸੀ ਬਣੀ ਸੀਗੀ, ਉਸ ਤੋਂ ਬਾਅਦ 2018 ਦੇ ਵਿੱਚ ਫਿਰ ਫਾਰਮਰ ਪਾਲਿਸੀ ਬਣੀ ਸੀਗੀ ਔਰ ਇਹਨਾਂ ਦੇ ਡਰਾਫਟ ਤਿਆਰ ਹੋ ਗਏ ਸੀਗੇ। ਪਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਨੇ ਤੇ ਔਰ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਖੇਤੀ ਨੀਤੀ ਨੂੰ ਇੰਪਲੀਮੈਂਟ ਨਹੀਂ ਕੀਤਾ ਸੀ। ਜੀ ਤੋਂ ਸਾਨੂੰ ਜਿਹੜੀ ਆਪਾਂ ਕਹਿ ਦਈਏ ਕਿ ਪੋਲੀਟੀਕਲ ਪਾਰਟੀਆਂ ਦੀ ਜਾਂ ਹਕੂਮਤਾਂ ਦੀ ਦਿਆਨਤਦਾਰੀ ਸਾਡੇ ਸਮਝ ਪੈਂਦੀ ਹੈਗੀ ਹੈ। ਦੇਖੋ, ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਹਮੇਸ਼ਾ ਹੀ ਜਿਹੜਾ ਇੱਕ ਤਰ੍ਹਾਂ ਦਾ ਕੇਂਦਰੀ ਧੁਰਾ ਰਿਹਾ ਹੈ। ਜੀ ਬਿਲਕੁਲ। ਕੋਈ ਵੀ ਪਾਰਟੀ ਇੰਨਾ ਅਫੋਰਡ ਨਹੀਂ ਕਰ ਪਾਉਂਦੀ ਕਿ ਉਹ ਕਿਸਾਨ ਨੂੰ ਇਗਨੋਰ ਕਰੇ ਔਰ ਕਿਸਾਨਾਂ ਦੀ ਵੋਟ ਬੈਂਕ ਹੈ ਜਿਹੜੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਹੈਗੀ ਹੈ ਤੇ ਸਰਕਾਰਾਂ ਚੁਣਨ ਦੇ ਵਿੱਚ ਕਿਸਾਨ ਹੈ ਜਿਹੜਾ ਉਹ ਮੋਹਰੀ ਭੂਮਿਕਾ ਅਦਾ ਕਰਦਾ ਹੈ। ਜੀ। ਫਿਰ ਜਦੋਂ ਸਰਕਾਰਾਂ ਦੀ ਬਣਤਰ ਦੇ ਵਿੱਚ ਕਿਸਾਨ ਦਾ ਇੱਕ ਵੱਡਾ ਰੋਲ ਰਹਿੰਦਾ ਹੈ, ਭੂਮਿਕਾ ਰਹਿੰਦਾ ਹੈ, ਫਿਰ ਕਿਸਾਨਾਂ ਦੀ ਜਿਹੜੀ ਮੌਜੂਦਾ ਦਸ਼ਾ ਹੈਗੀ ਆ, ਜਿਵੇਂ ਆਪਾਂ ਕਹਿੰਦੇ ਨੇ ਕਿ ਖੁਦਕਸ਼ੀਆਂ ਕਿਸਾਨ ਕਰ ਰਿਹਾ, ਮਜ਼ਦੂਰ ਕਰ ਰਿਹਾ ਹੈਗਾ ਔਰ ਕਰਜ਼ੇ ਦੀ ਪੰਡ ਸਭ ਤੋਂ ਵੱਧ ਜਿਹੜੀ ਕਿਸਾਨੀ ਦੇ ਸਿਰ ਤੇ ਟਿਕੀ ਹੋਈ ਹੈ। ਜੀ ਬਿਲਕੁਲ। ਤਾਂ ਫਿਰ ਇਹਨਾਂ ਦੀ ਦਸ਼ਾ ਦੇ ਵਿੱਚ ਜਾਂ ਇਹਨਾਂ ਦੇ ਹਾਲਾਤਾਂ ਦੇ ਵਿੱਚ ਸੁਧਾਰ ਕਿਉਂ ਨਹੀਂ ਆਇਆ? ਇਹਦਾ ਮਤਲਬ ਹੈ ਕਿ ਸਰਕਾਰਾਂ ਦੇ ਜਾਂ ਜਿਹੜੇ ਰਾਜ ਸੱਤਾ ਕਰਨ ਵਾਲੇ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਖੋਟ ਸੀ ਔਰ ਇਹਨਾਂ ਨੂੰ ਸਿਰਫ ਕਿਸਾਨੀ ਨੂੰ ਇੱਕ ਵੋਟ ਸਿਆਸਤ ਤੱਕ ਹੈ ਜਿਹੜਾ ਸੀਮਤ ਰੱਖਿਆ। ਜੀ ਬਿਲਕੁਲ। ਹਾਲਾਂਕਿ ਜਦੋਂ ਵੀ ਪਿੱਛੇ ਜੇ ਇੰਡਸਟਰੀਅਲ ਪਾਲਿਸੀ ਬਣੀ ਹੈਗੀ ਹੈ ਉਹਦੇ ਵਿੱਚ ਕਿਹਾ ਗਿਆ ਕਿ ਜੀ ਅਸੀਂ ਇੰਡਸਟਰੀ ਜਿਹੜੀ ਆਏਗੀ ਨਿਵੇਸ਼ ਕਰੇਗੀ ਉਹਨਾਂ ਨੂੰ ਅਸੀਂ ਇਸ ਕਿਸਮ ਦੀਆਂ ਛੋਟਾਂ ਦੇਵਾਂਗੇ, ਰਿਆਇਤਾਂ ਦੇਵਾਂਗੇ। ਦੇਖਿਆ ਜਾਵੇ ਕਿਉਂ ਛੋਟਾਂ ਦੇਵਾਂਗੇ ਕਿ ਉਹਦੇ ਨਾਲ ਇੱਕ ਤਾਂ ਨਿਵੇਸ਼ ਆਏਗਾ, ਦੂਸਰਾ ਉਹਦੇ ਨਾਲ ਕਿ ਇੰਪਲਾਇਮੈਂਟ ਜਨਰੇਟ ਹੋਏਗੀ। ਜੀ ਬਿਲਕੁਲ। ਤਾਂ ਦੇਖਿਆ ਜਾਵੇ ਖੇਤੀ ਸੈਕਟਰ ਦੇ ਵਿੱਚ ਸਭ ਤੋਂ ਵੱਡੀ ਇੰਪਲਾਇਮੈਂਟ ਜਨਰੇਸ਼ਨ ਹੈ। ਜੀ। ਇੱਕ ਕਿਸਾਨ ਕਿੰਨੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਦਿੰਦਾ ਹੈਗਾ, ਪੈਸਟੀਸਾਈਡ ਵਾਲਾ ਹੈਗਾ, ਸੀਡਸ ਵਾਲਾ ਹੈਗਾ, ਖੇਤੀ ਮਸ਼ੀਨਰੀ ਵਾਲਾ ਹੈਗਾ, ਆੜਤੀਆ ਹੈਗਾ, ਗਾਹਾਂ ਮਾਰਕੀਟਿੰਗ ਵਾਲੇ ਹੈਗੇ ਨੇ, ਕਿੰਨੇ ਲੋਕਾਂ ਨੂੰ ਲੇਬਰ ਹੈ। ਜੀ ਬਿਲਕੁਲ। ਵੱਡੀ ਹਿੱਸਾ ਜਿਹੜਾ ਖੇਤੀ ਦੇ ਵਿੱਚ ਡਿਪਲਾਏ ਹੁੰਦਾ ਹੈਗਾ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਫਿਰ ਕਿਸਾਨੀ ਦਾ ਵੀ ਹੱਕ ਬਣਦਾ ਹੈਗਾ। ਸੋ ਅੱਜ ਕਿਸਾਨਾਂ ਨੇ ਉੱਥੇ ਆਪੋ ਆਪਣੀ ਜਿਹੜੀ ਪ੍ਰੋਬਲਮ ਹੈ ਉਸ ਪੰਡਾਲ ਦੇ ਵਿੱਚ ਰੱਖੀਆਂ ਨੇ। ਜੇ ਮੋਟੇ ਤੌਰ ਤੇ ਗੱਲ ਕਰਨੀ ਹੋਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ 2-3 ਚੀਜ਼ਾਂ ਤੇ ਉੱਥੇ ਆਤਿਸ਼ ਫੋਕਸ ਕੀਤਾ ਹੈਗਾ। ਇੱਕ ਤਾਂ ਉਹਨਾਂ ਨੇ ਕਿਹਾ ਕਿ ਸਮੇਂ ਦੀ ਚਾਲ ਦੇ ਨਾਲ ਜਾਂ ਜਿਸ ਤਰ੍ਹਾਂ ਜ਼ਮਾਨਾ ਬਦਲ ਰਿਹਾ ਹੈ, ਹੁਣ ਖੇਤੀ ਜਿਹੜੀ ਉਹ ਪੁਰਾਣੀ ਤਰੀਕੇ ਵਾਲੀ ਨਹੀਂ ਰਹਿ ਗਈ, ਇਹਨੂੰ ਬਦਲਣ ਦੀ ਲੋੜ ਹੈ। ਸਾਨੂੰ ਆਧੁਨਿਕ ਲੀਹਾਂ ਤੇ ਚੱਲਣਾ ਪਏਗਾ ਕਿਉਂਕਿ ਭਾਰਤ ਸਰਕਾਰ ਵੀ ਪਿਛਲੇ ਦੌਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਜਿਸ ਤਰ੍ਹਾਂ ਨੈਚੁਰਲ ਫਾਰਮਿੰਗ ਦੀ ਗੱਲ ਕੀਤੀ ਜਾਂਦੀ ਹੈ, ਆਰਗੈਨਿਕ ਫਾਰਮਿੰਗ ਦੀ ਗੱਲ ਕੀਤੀ ਜਾਂਦੀ ਹੈ, ਜਾਂ ਜਿਹੜੇ ਕੀਟਨਾਸ਼ਕਾਂ ਦੇ ਛਿੜਕਾਓ ਹੈ, ਪੈਸਟੀਸਾਈਡ ਦਾ ਛਿੜਕਾਓ ਹੈ, ਉਹ ਡਰੋਨ ਦੀ ਵਿਧੀਆਂ ਆ ਗਈਆਂ, ਉਹਦੇ ਨਾਲ
ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਕਿ ਜੇ ਕੋਈ ਕਿਸਾਨ ਇਹਨੂੰ ਨਿੱਜੀ ਤੌਰ ਤੇ ਖਰੀਦ ਕਰੇਗਾ ਤਾਂ ਅਸੀਂ 50% ਸਬਸਿਡੀ ਦੇਵਾਂਗੇ। ਜੀ ਬਿਲਕੁਲ। ਅਗਰ ਹਾਇਰ ਕਰੇਗਾ ਸੁਸਾਇਟੀਆਂ ਦੇ ਥਰੂ ਤਾਂ ਸੁਸਾਇਟੀਆਂ ਨੂੰ ਵੀ ਅਸੀਂ 40% ਹੈ ਜਿਹੜੀ ਉਹ ਸਬਸਿਡੀ ਦੇਵਾਂਗੇ। ਜਾਂ ਨੈਨੋ DAP ਦੀ ਵਿਧੀ ਆ ਗਈ ਹੈਗੀ ਹੈ। ਜੀ ਬਿਲਕੁਲ। ਤਾਂ ਇਹੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਭਗਵੰਤ ਮਾਨ ਹੋਰਾਂ ਨੇ ਅੱਜ ਕੀਤਾ ਕਿ ਤੁਸੀਂ ਆਪਣਾ ਮਾਈਂਡ ਸੈਟ ਹੈ ਜਿਹੜਾ ਕਿਸਾਨਾਂ ਨੂੰ ਕਿ ਚੇਂਜ ਕਰੋ। ਦੂਸਰਾ ਉਹਨੇ ਕੀਤਾ ਇਰੀਗੇਸ਼ਨ ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਵਿੱਚ ਜੋ ਅਕਸਰ ਇਹ ਸੁਣਦੇ ਆ ਕਿ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ, ਤਾਂ ਉਹਨਾਂ ਨੇ ਇਹ ਕਿਸਾਨਾਂ ਨਾਲ ਅੱਜ ਵਾਅਦਾ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਟੇਲ ਨਹੀਂ ਦੇਖੇਗੀ, ਘਰ ਘਰ ਜਿਵੇਂ ਖੇਤ ਪਾਣੀ ਹੈ ਜਿਹੜਾ ਉਹ ਪਹੁੰਚਦਾ ਕੀਤਾ ਜਾਏਗਾ। ਖੇਤਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਅੰਡਰਗਰਾਉਂਡ ਪਾਈਪਾਂ ਪਾਵਾਂਗੇ। ਉਹਦਾ ਕਾਰਨ ਕੀ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਖਾਲੇ ਨਹੀਂ ਬਣੇ, ਖਾਲੇ ਜੇ ਬਣੇ ਸੀ ਤਾਂ ਢਹਿ ਗਏ ਨੇ, ਉਹ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਆ ਗਏ ਨੇ ਤੇ ਨਾ ਹੀ ਉਹਨਾਂ ਦੀ ਕਦੇ ਸਾਫ਼ ਸਫਾਈ ਹੁੰਦੀ ਹੈ ਉਸ ਤਰੀਕੇ ਨਾਲ। ਤਾਂ ਪਾਣੀ ਹੈ ਜਿਹੜਾ ਬਹੁਤ ਸਾਰਾ ਅਜਾਈ ਜਾਂਦਾ ਜਾਂ ਯੂਜ਼ ਨਹੀਂ ਹੁੰਦਾ, ਨਹਿਰੀ ਪਾਣੀ ਹੈ ਜਿਹੜਾ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੰਡਰਗਰਾਉਂਡ ਪਾਈਪਾਂ ਪਾਵਾਂਗੇ ਕਿ ਪਾਣੀ ਦੀ ਜਿਹੜੀ ਕੱਲਾ ਤੁਪਕਾ ਜਿਹੜਾ ਉਹਦੀ ਵਰਤੋਂ ਹੋ ਸਕੇ। ਇਹ ਵੀ ਉਹਨਾਂ ਨੇ ਗੱਲ ਕਿਹਾ। ਤੀਸਰੀ ਉਹਨਾਂ ਨੇ ਗੱਲ ਕਿਹਾ ਕਿ ਅਸੀਂ ਐਗਰੋ ਪ੍ਰੋਸੈਸਿੰਗ ਯੂਨਿਟ ਹੈ ਜਿਹੜੀ ਉਹਨਾਂ ਨੂੰ ਤਰਜੀਹ ਦੇਵਾਂਗੇ। ਇਹ ਤਿੰਨ ਗੱਲਾਂ ਉਹਨਾਂ ਨੇ ਮੁੱਖ ਤੌਰ ਤੇ ਉੱਥੇ ਉਭਾਰੀਆਂ ਨੇ ਅੱਜ ਕਿਸਾਨਾਂ ਦੇ ਵਿੱਚ। ਤਾਂ ਆਪਾਂ ਜੇ ਆਪਣੇ ਐਂਗਲ ਤੋਂ ਦੇਖਣਾ ਹੋਵੇ ਤਾਂ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਸਰਕਾਰ ਠੀਕ ਹੈ ਕਿ ਖੇਤੀ ਪਾਲਿਸੀ ਦੀ ਇੱਕ ਨਵੀਂ ਪਹਿਲ ਕੀਤੀ ਹੈ, ਸਟਾਰਟਿੰਗ ਕੀਤੀ ਹੈ, ਪਰ ਇਹਦੇ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਸਟਾਰਟ ਕਰਨ ਦੀ ਲੋੜ ਹੈ ਪੰਜਾਬ ਦੀ ਖੇਤੀ ਨੂੰ ਬਦਲਣ ਦੇ ਲਈ। ਇੱਕ ਤਾਂ ਇਹ ਲੱਗਦਾ ਹੈ ਕਿ ਜਿਹੜੇ ਖੇਤੀ ਨਾਲ ਜੁੜੇ ਅਦਾਰੇ ਹੈ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜੀ ਬਿਲਕੁਲ। ਸਾਡੀ ਜਿਹੜੀ ਬਜਟ ਹੈਗਾ ਖੇਤੀ ਦਾ ਉਹ ਤਕਰੀਬਨ 9.5% ਹੈਗਾ ਜਿਹੜਾ ਖੇਤੀ ਤੇ ਖਰਚ ਹੁੰਦਾ ਹੈ। ਜਿਹੜੀ ਸਾਡੀ ਰੈਵਨਿਊ ਰਸੀਟ ਹੈ ਉਹਦੇ ਵਿੱਚ ਜਿਹੜੀ 15% ਰੈਵਨਿਊ ਰਸੀਟ ਦਾ 15% ਹੈ ਉਹ ਜਿਹੜਾ ਕੱਲਾ ਬਿਜਲੀ ਸਬਸਿਡੀ ਤੇ ਚਲਾਇਆ ਜਾਂਦਾ ਹੈ। ਬਿਲਕੁਲ। ਵੱਡਾ ਪੋਰਸ਼ਨ ਕੱਲਾ ਬਿਜਲੀ ਤੇ ਹੀ ਨਿਕਲ ਜਾਂਦਾ, ਬਿਜਲੀ ਸਬਸਿਡੀ ਤੇ। ਸੋ ਇਸ ਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ। ਜਿਵੇਂ ਬਿਜਲੀ ਦੀ ਆਪਾਂ ਗੱਲ ਕਰਦੇ ਹੈਗੇ ਆ, PAU ਹੈ ਸਾਡਾ ਅਦਾਰਾ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਹਦੇ ਮੁਲਾਜ਼ਮ ਵੀ ਕਿਤੇ ਨਾ ਕਿਤੇ 2-3 ਦਿਨਾਂ ਤੋਂ ਐਜੀਟੇਸ਼ਨ ਕਰ ਰਹੇ ਸੀਗੇ। ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਰਕਾਰ ਨੂੰ ਉਹ ਹੱਲ ਕਰਨੀਆਂ ਚਾਹੀਦੀਆਂ ਹੈਗੀਆਂ ਨੇ। ਉਹਨਾਂ ਨੂੰ ਖੇਤੀ ਖੋਜਾਂ ਦੇ ਲਈ ਜਿਵੇਂ ਅੱਜ ਕਿਸਾਨਾਂ ਨੇ ਇੱਕ ਮੰਗ ਵੀ ਉਠਾਈ ਕਿ ਜਿਹੜਾ ਕਾਟਨ ਸੀਡ ਹੈਗਾ ਹਾਈਬ੍ਰਿਡ ਹੈ ਇਹ ਸਾਰਾ ਕਾਰਪੋਰੇਟ ਦਾ ਹੈਗਾ, ਕਿਉਂ ਨਹੀਂ ਸਾਡੀ ਯੂਨੀਵਰਸਿਟੀ ਨਵੇਂ ਸੀਡ ਹੈ ਜਿਹੜੀ ਉਹ ਡਿਵੈਲਪ ਕਰਦੀ। ਇਸ ਗੱਲ ਤੇ ਜ਼ੋਰ ਦਿੱਤਾ ਹੈਗਾ। ਦੂਸਰਾ ਕਿ ਸਾਡਾ ਖੇਤੀ ਮਹਿਕਮੇ ਜਾਂ ਖੇਤੀ ਨਾਲ ਜੁੜੇ ਅਦਾਰੇ ਆ ਜਿਹੜੇ ਉਹਨਾਂ ਤੇ ਕਿਸਾਨਾਂ ਦਾ ਫੇਥ ਹੈ ਜਿਹੜਾ ਟੁੱਟਿਆ ਹੋਇਆ ਪਿਛਲੇ ਟਾਈਮ ਦੇ ਵਿੱਚ। ਅੱਜ ਅਸੀਂ ਕਹਿ ਦਿੰਦੇ ਹਾਂ ਕਿ ਕਿਸਾਨ ਹੈ ਜਿਹੜਾ ਉਹ ਜੇ ਖੇਤੀ ਮਾਰ ਰਾਏ ਦਿੰਦਾ ਉਹਦੀ ਖੇਤੀ ਰਾਏ ਮਾਰ ਦੀ ਰਾਏ ਨਹੀਂ ਮੰਨਦਾ ਐਕਸਪਰਟ ਦੀ, ਬਲਕਿ ਉਹ ਆਪਣੇ ਆੜਤੀਏ ਦੀ ਰਾਏ ਮੰਨਦਾ ਕਿ ਕਿਹੜੀ ਸਪਰੇਅ ਕੀਤੀ ਜਾਵੇ। ਬਿਲਕੁਲ। ਜਾਂ ਜਿਹੜਾ ਪੈਸਟੀਸਾਈਡ ਡੀਲਰ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਖੇਤੀ ਮਹਿਕਮੇ ਦਾ ਜਿਹੜਾ ਭਰੋਸਾ ਹੈ ਕਿਸਾਨਾਂ ਦੇ ਵਿੱਚ ਟੁੱਟਿਆ ਹੋਇਆ ਹੈ। ਤਾਂ ਇਹ ਭਰੋਸੇ ਨੂੰ ਬਹਾਲ ਕਰਨ ਦੀ ਲੋੜ ਹੈ। ਖੇਤੀ ਮਹਿਕਮੇ ਤੇ ਜਿੰਨੀਆਂ ਅਸਾਮੀਆਂ ਪਈਆਂ ਨੇ, ਕਿਹੜੀਆਂ ਚੀਜ਼ਾਂ ਦੀ ਲੋੜ ਹੈ ਖੇਤੀ, ਕਿਉਂਕਿ ਜੇ ਅਸੀਂ ਕਿਸਾਨਾਂ ਨੂੰ ਆਧੁਨਿਕ ਖੇਤੀ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਜਿਹੜਾ ਖੇਤੀ ਮਹਿਕਮਾ ਉਹਨੂੰ ਵੀ ਮਾਡਰਨਾਈਜ਼ ਕਰਨਾ ਪਏਗਾ। ਬਿਲਕੁਲ। ਉਹਦੀ ਮਾਡਰਨਾਈਜੇਸ਼ਨ ਤੇ ਜਿੰਨਾ ਖਰਚ ਹੁੰਦਾ ਉਹ ਬਜਟ ਸਾਨੂੰ ਦੇਣਾ ਪਏਗਾ। ਸੋ ਇਹ ਮੁੱਢਲੀਆਂ ਜੇ ਗੱਲਾਂ, ਇੱਕ ਕਿਸਾਨੀ ਦਾ ਮਾਈਂਡ ਸੈਟ ਹੈ ਜਿਹੜਾ ਉਹਨੂੰ ਚੇਂਜ ਕਰਨ ਦੀ ਲੋੜ ਪਏਗੀ, ਕਿਉਂਕਿ ਹਜੇ ਵੀ ਖੇਤੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਵਾਨੀ ਦੇ ਸੰਕਟ ਦੀ ਗੱਲ ਕਰਦੇ ਹੋ, ਅੱਜ ਉੱਥੇ ਖੇਤੀ ਜਿਹੜਾ ਪੰਡਾਲ ਸੀਗਾ ਉੱਥੇ ਕਿਸਾਨ ਹੈ ਜਿਹੜੇ ਸਾਰੇ ਬਜ਼ੁਰਗ ਕਿਸਾਨ ਸੀਗੇ। ਉਹਦੇ ਵਿੱਚ ਨਵੀਂ ਪੀੜ੍ਹੀ ਦਾ ਕੋਈ ਕਿਸਾਨ ਹੈ ਜਿਹੜੇ ਹਾਰਡਲੀ, ਮੇਰੇ ਕਈ ਉੱਥੇ ਜਿਹੜੇ ਰਿਪੋਰਟਰ ਹਾਜ਼ਰ ਸੀ ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਕਿ 80% ਹੈ ਜਿਹੜਾ ਉਹ ਓਲਡ ਏਜ ਪਰਸਨ ਸੀਗੇ ਉੱਥੇ, ਕਿ ਬਜ਼ੁਰਗ ਆਏ ਹੋਏ ਸੀਗੇ। ਇਹਦਾ ਮਤਲਬ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਨਵੀਂ ਪੀੜ੍ਹੀ ਹੈ ਉਹਦਾ ਖੇਤੀ ਨਾਲ ਲਗਾਓ ਟੁੱਟਿਆ। ਜਾਂ ਪਿਛਲੇ ਟਾਈਮ 'ਚ ਆਪਾਂ ਕਹਦੇ ਕਿ ਸਟੱਡੀ ਵੀਜ਼ੇ ਕਰਕੇ ਬਹੁਤ ਸਾਰੀ ਜਿਹੜੀ ਕਿਸਾਨਾਂ ਦੀ ਨਵਾਂ ਪੋਚ ਹੈ ਉਹ ਤਾਂ ਵਿਦੇਸ਼ ਚਲਾ ਗਿਆ। ਬਾਕੀ ਜਿਹੜਾ ਰਹਿੰਦਾ ਖੂੰਦਾ ਉਹਦੇ 'ਚੋਂ ਵੱਡਾ ਹਿੱਸਾ ਹੈ ਜਿਹੜਾ ਉਹ ਨਸ਼ਿਆਂ ਦਾ ਭੇਟ ਚੜ ਗਿਆ ਹੈਗਾ। ਤਾਂ ਇਹਨਾਂ ਚੀਜ਼ਾਂ ਜਾਂ ਆਪਾਂ ਕਹੇ ਕਿ ਨਵੀਂ ਪੀੜ੍ਹੀ ਹੈ ਜਿਹੜੀ ਖੇਤੀ ਨਾਲ ਉਸ ਤਰੀਕੇ ਨਾਲ ਇਮੋਸ਼ਨਲੀ ਜੁੜ ਨਹੀਂ ਰਹੀ ਹੈਗੀ। ਇਹਦਾ ਝਲਕਾਰਾ ਸਾਨੂੰ ਅੱਜ ਉੱਥੇ ਕਿਸਾਨ ਮੇਲੇ 'ਚ ਦੇਖਣ ਨੂੰ ਮਿਲਿਆ ਹੈਗਾ। ਇਹ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਖੇਤੀ ਦੇ ਸੈਕਟਰ ਦੇ ਵਿੱਚ ਇੱਕ ਤਰ੍ਹਾਂ ਦਾ ਨਵਾਂ ਸੰਕਟ ਬਣ ਕੇ ਉੱਭਰੇਗਾ। ਅਸੀਂ ਕਹਿੰਦੇ ਕਿ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਉਹ ਧੜਾ ਆ ਰਹੇ ਨੇ। ਇਹਦਾ ਮਤਲਬ ਕਿ ਸਾਡਾ ਜਿਹੜਾ ਯੂਥ ਹੈ ਉਹ ਖੇਤੀ 'ਚੋਂ ਬਾਹਰ ਹੋ ਰਿਹਾ, ਚਾਹੇ ਉਹ ਪ੍ਰਵਾਸ ਕਰ ਰਿਹਾ, ਚਾਹੇ ਉਹ ਨਸ਼ੇ ਕਰ ਰਿਹਾ ਹੈਗਾ, ਚਾਹੇ ਉਹ ਦਿਲਚਸਪੀ ਨਹੀਂ ਲੈ ਰਿਹਾ। ਉਹਨਾਂ ਦੀ ਥਾਂ ਕੌਣ ਰਿਹਾ? ਪ੍ਰਵਾਸੀ ਮਜ਼ਦੂਰ ਲੈ ਰਿਹਾ ਹੈਗਾ। ਤੇ ਆਉਣ ਵਾਲੇ ਟਾਈਮ 'ਚ ਇਸ ਕਿਸਮ ਦੇ ਸੰਕਟ ਸਾਨੂੰ ਹੋਰ ਦੇਖਣ ਨੂੰ ਮਿਲਣਗੇ। ਸਰਕਾਰ ਨੂੰ ਚਾਹੀਦਾ, ਪੰਜਾਬ ਸਰਕਾਰ ਨੂੰ, ਕਿ ਜਿਹੜੇ ਇਸ ਕਿਸਮ ਦੀਆਂ ਚੀਜ਼ਾਂ ਨੇ ਪਹਿਲ ਦੇ ਆਧਾਰ ਤੇ ਕਰਨ ਵਾਲੀਆਂ ਨੇ, ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਰਟੀਫਾਈਡ ਸੀਡਸ ਤੁਹਾਨੂੰ ਉਹ ਦੇਵਾਂਗੇ। ਜਾਂ ਕਿਸਾਨਾਂ ਦੀ ਇੱਕ ਵੱਡੀ ਪ੍ਰੋਬਲਮ ਇਹ ਆਉਂਦੀ ਮਾਰਕੀਟਿੰਗ ਦੀ ਆਉਂਦੀ ਹੈਗੀ ਆ, ਜੋ ਉੱਥੇ ਜਿਵੇਂ ਸਬਜ਼ੀਆਂ ਵਾਲਿਆਂ ਨੇ ਕਿਹਾ ਹੈਗਾ ਆਪਣੀਆਂ ਕੰਪਲੇਂਟਸ ਕਿ ਸਾਨੂੰ ਕੋਈ ਗਰੰਟੀ ਨਹੀਂ ਹੁੰਦੀ, ਕਿ ਜਿਵੇਂ ਆਲੂਆਂ ਦਾ ਵੀ ਇਸ ਗੱਲ ਚੱਲੀ ਉਹਦੇ ਪੰਡਾਲ ਦੇ ਵਿੱਚ, ਪੋਲਟਰੀ ਵਾਲਿਆਂ ਨੇ ਵੀ ਗੱਲ ਆਪਣੀ ਤੋਰੀ ਹੈਗੀ ਆ। ਜਾਂ ਫਸਲੀ ਬੀਮਾ
ਸਕੀਮ ਦੀ ਵੀ ਗੱਲ ਇੱਕ ਦੋ ਕਿਸਾਨਾਂ ਨੇ ਉੱਥੇ ਕੀਤੀ ਹੈਗੀ। ਚਰਨਜੀਤ ਜੀ, ਗੱਲ ਇਹ ਖੜੀ ਹੁੰਦੀ ਹੈ ਵੀ ਕਿ ਤੁਸੀਂ ਸਬਜ਼ੀ ਵਾਲਿਆਂ ਦੀ ਗੱਲ ਕੀਤੀ ਹੈ, ਹੋਰਾਂ ਕਿਸਾਨਾਂ ਦੀ ਗੱਲ ਕੀਤੀ ਹੈ, ਪਰ ਉੱਥੇ ਜੇ ਅੱਜ ਜੋ ਚੀਜ਼ ਦੇਖਣ ਨੂੰ ਮਿਲੀ ਹੈ ਵੀ ਕਿ ਵੱਖ-ਵੱਖ ਕਿਸਮ ਦੀ ਖੇਤੀ ਕਰਨ ਵਾਲਿਆਂ ਦੇ ਪੰਡਾਲ ਵੱਖੋ ਵੱਖਰੇ ਲੱਗੇ ਹੋਏ, ਜਿਨ੍ਹਾਂ 'ਚ ਮੁੱਖ ਮੰਤਰੀ ਗਏ, ਉਹਨਾਂ ਨੇ ਆਪਣੀ ਵੀ ਗੱਲ ਰੱਖੀ ਤੇ ਉਹਨਾਂ ਦੀ ਵੀ ਗੱਲ ਸੁਣੀ ਹੈ। ਅਸੀਂ ਇਹ ਜਾਣਨਾ ਚਾਹਾਂਗੇ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਸਮੱਸਿਆਵਾਂ ਚੁੱਕੀਆਂ ਗਈਆਂ, ਉਹਨਾਂ ਅੱਗੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਰੱਖੀਆਂ ਗਈਆਂ, ਜਾਂ ਜੇ ਕਹਿ ਲਈਏ ਤਾਂ ਕਿਹੜੇ ਸੁਝਾਅ ਦਿੱਤੇ ਗਏ ਨੇ ਜਿਹੜੇ ਨਵੀਂ ਖੇਤੀ ਨੀਤੀ ਦੇ ਵਿੱਚ ਹੋਣੇ ਚਾਹੀਦੇ। ਵੈਸੇ ਕੁਝ ਤਾਂ ਆਤਿਸ਼ ਇਹ ਹੈ ਵੀ ਉੱਥੇ ਜਿਹੜੇ ਫੀਡਬੈਕ ਮਿਲੀ ਹੈਗੀ ਹੈ ਉਹਦੇ ਵਿੱਚ ਕੁਝ ਤਾਂ ਜ਼ਬਾਨੀ ਮਿਲੀ ਹੈ ਕਿ ਜਿਹੜੀ 1-to-1 ਇੰਟਰੈਕਸ਼ਨ ਹੋਇਆ ਕਿਸਾਨਾਂ ਦਾ ਉਹਨਾਂ ਨਾਲ, ਮੁੱਖ ਮੰਤਰੀ ਨਾਲ, ਉਹਦੇ ਵਿੱਚ ਤੇ ਕੁਝ ਮਸਲੇ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਰਿਟਨ ਦੇ ਵਿੱਚ ਆਪਣੇ ਜਿਹੜੇ ਐਕਸਪਰਟ ਜਿਹਨੇ ਡਿਊਟੀ ਲਾਈ ਹੈ, ਨੋਡਲ ਅਫਸਰ ਲਾਏ ਸੀ, ਕਿ ਇਹਨਾਂ ਨੂੰ ਲਿਖਤੀ ਰੂਪ ਚ ਦੇ ਕੇ ਜਾਓ, ਉਹ ਕੱਲ ਤੱਕ ਮੇਰੇ ਤੱਕ ਪਹੁੰਚਣਗੇ, ਤੁਹਾਡੀ ਹਰ ਸਮੱਸਿਆ ਦਾ ਹੱਲ ਹੋਏਗਾ। ਜਿਸ ਤਰ੍ਹਾਂ ਕਾਟਨ ਵਾਲੀ ਜਿਹੜੀ ਕਾਟਨ ਬੈਲਟ ਦੇ ਕਿਸਾਨ ਇੱਕ ਸਾਈਡ ਤੇ ਬਿਠਾਏ ਗਏ ਸੀ, ਉਹਨਾਂ ਨੇ ਵੱਡਾ ਸਮੱਸਿਆ ਇਹ ਰੱਖਿਆ ਸੀ ਕਿ ਸਾਨੂੰ ਜਿਹੜਾ ਹੈਗਾ ਵੀ ਪਾਣੀ ਹੈ, ਜਿਹੜਾ ਨਹਿਰੀ ਪਾਣੀ ਹੈ, ਉਹ 1 ਅਪ੍ਰੈਲ ਤੋਂ ਮਿਲਣਾ ਚਾਹੀਦਾ ਹੈ। ਜੇ ਸਾਨੂੰ ਪਾਣੀ, ਕਿਉਂਕਿ ਉਧਰੋਂ ਅਸੀਂ ਬਜਾਂਦ ਕਰਨੀ ਹੁੰਦੀ ਹੈ, ਸਾਨੂੰ ਨਹਿਰ ਦਾ ਪਾਣੀ ਮਿਲਦਾ ਨਹੀਂ। ਇਸੇ ਕਰਕੇ ਕਾਟਨ ਹੇਠ ਰਕਬਾ ਜਿਹੜਾ ਉਹ ਤਕਰੀਬਨ 2.5 ਲੱਖ ਹੈਕਟੇਅਰ ਰਹਿ ਗਿਆ। ਤੇ ਖੇਤੀ ਮੰਤਰੀ ਨੇ ਪਿੱਛੇ ਜੇ ਕਿਹਾ ਸੀ ਕਿ 1 ਲੱਖ ਹੈਕਟੇਅਰ ਜਿਹੜਾ ਅਸੀਂ ਵਾਧਾ ਕਰਾਂਗੇ। ਕਿਸੇ ਵੇਲੇ ਆਤਿਸ਼ 27 ਲੱਖ 2006-07 ਦਾ ਇੱਕ ਰਿਕਾਰਡ ਹੈ ਆਪਣੇ ਆਪ 'ਚ ਕਿ 27 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀਗੀ, ਤੇ ਹੁਣ ਸਾਡੇ ਕੋਲ 4.5 ਲੱਖ ਗੱਠ ਰਹਿ ਗਈ ਹੈਗੀ ਹੈ। ਇਹਦਾ ਮਤਲਬ ਕਿ ਜਦੋਂ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦਾ ਇੱਕ ਅਲਟਰਨੇਟਿਵ ਖਾਸ ਕਰਕੇ ਕਾਟਨ ਬੈਲਟ ਦੇ ਵਿੱਚ ਉਹ ਕਾਟਨ ਬਣ ਸਕਦੀ ਹੈ, ਪਰ ਕਾਟਨ ਕੀ ਉਲਟਾ ਮਰ ਰਹੀ ਹੈ। ਹਾਲਾਂਕਿ ਕਾਟਨ ਦਾ ਭਾਅ ਹੈ ਜਿਹੜਾ ਉਹ ਚੰਗਾ ਰਹਿੰਦਾ ਹੈਗਾ, ਕਦੇ ਸਾਡੇ ਕੁਦਰਤੀ ਅਲਾਮਤਾਂ ਪੈ ਜਾਂਦੀਆਂ ਨੇ, ਕਦੇ ਚਿੱਟੀ ਮੱਖੀ ਪੈ ਗਈ, ਹਰਾ ਤੇਲਾ ਪੈ ਗਿਆ, ਜਾਂ ਗੁਲਾਬੀ ਸੁੰਡੀ ਪੈ ਗਈ, ਇਸ ਕਿਸਮ ਦੀਆਂ, ਫਿਰ ਮੁੜ ਕੇ ਸਰਕਾਰਾਂ ਤੇ ਹੋਰ ਬੋਝ ਬਣ ਜਾਂਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਦੇਣਾ ਪੈਂਦਾ ਹੈ। ਸੋ ਇਹ ਪਹਿਲਾਂ ਹੀ ਕਿਸਾਨਾਂ ਨੇ ਅੱਜ ਕਿਹਾ ਕਿ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ, ਕਿ ਸਾਨੂੰ ਲੱਗਦਾ ਕਿ ਚਿੱਟੀ ਮੱਖੀ ਕਿਹੜੇ ਕਾਰਨਾਂ ਤੋਂ ਆਉਂਦੀ ਹੈ, ਉਹਨਾਂ ਦੇ ਪਹਿਲਾਂ ਹੀ ਜਿਹੜੇ ਹੋਲ ਹੈ ਉਹ ਬੰਦ ਕਰ ਦਿੱਤੇ ਜਾਣ। ਇੱਕ ਉਹਨਾਂ ਨੇ ਕਿਹਾ ਸੀ ਕਿ ਸੀਡ ਹੈ ਜਿਹੜਾ ਸਰਟੀਫਾਈਡ ਦਿੱਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਐਤਕੀ ਅਸੀਂ ਜਿਹੜਾ ਕਾਟਨ ਦਾ ਬੀਜ ਹੈ ਉਹ ਸਿਰਫ 33% ਸਬਸਿਡੀ ਤੇ ਦੇਵਾਂਗੇ। ਤਾਂ ਇਹ ਪ੍ਰੋਮਿਸ ਕੀਤਾ ਹੈ। ਤਕਰੀਬਨ ਸਰਕਾਰ ਨੂੰ 60 ਤੋਂ ਲੈ ਕੇ 100 ਕਰੋੜ ਰੁਪਏ ਦਾ ਖਰਚਾ ਹੈ। ਇਸ ਤਰ੍ਹਾਂ ਗੰਨਾ ਕਾਸ਼ਤਕਾਰ ਸੀ, ਉਹਨਾਂ ਨੇ ਕਿਹਾ ਸੀ ਕਿ ਜਿਹੜੇ ਮਿੱਲਾਂ ਵਾਲੇ ਨੇ, ਪ੍ਰਾਈਵੇਟ ਮਿੱਲਾਂ ਵਾਲੇ ਆ ਜਿਹੜੇ, ਉਹ ਸਾਨੂੰ ਟਾਈਮਲੀ ਜਿਹੜੀ ਪੇਮੈਂਟ ਨਹੀਂ ਕਰਦੇ, ਸਾਨੂੰ ਲੈਣਾ 'ਚ ਲੱਗਣਾ ਪੈਂਦਾ ਹੈ, ਮਹੀਨਾ ਲੰਘਦਾ। ਤੇ ਇਹ ਵੀ ਮੁੱਖ ਮੰਤਰੀ ਨੇ ਕਿਹਾ 1 ਮਹੀਨੇ ਬਾਅਦ ਅਸੀਂ ਜਿਹੜਾ ਹੈਗਾ ਉਹ ਕਰ ਦੇਵਾਂਗੇ ਕਿ ਤੁਹਾਡਾ ਨਿਪਟਾਰਾ ਹੋਇਆ ਗਿਆ। ਕਿਉਂਕਿ ਪੰਜਾਬ ਦੇ ਜਿਹੜੇ ਕੋਆਪਰੇਟਿਵ ਸੈਕਟਰ 'ਚ ਆਤਿਸ਼ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਸ਼ੂਗਰ ਬੈਡ ਦੀਆਂ ਜਿਹੜੀਆਂ ਆਪਣੀਆਂ ਮਿੱਲਾਂ ਹੁੰਦੀਆਂ ਸੀ, ਉਹ ਹੌਲੀ ਖਤਮ ਹੋ ਗਏ। ਜਿਸ ਤਰ੍ਹਾਂ ਕਤਾਈ ਮਿੱਲਾਂ ਖਤਮ ਹੋ ਗਈਆਂ, ਇਸ ਤਰ੍ਹਾਂ ਪੋਲਟਰੀ ਵਾਲਿਆਂ ਨੇ ਕਿਹਾ, ਉਹ ਕਹਿੰਦੇ ਜੀ ਕਿ ਅਸੀਂ ਪੋਲਟਰੀ ਦਾ ਧੰਦਾ ਜਿਹੜਾ ਪੰਜਾਬ ਦੇ ਵਿੱਚ ਉਹ ਘਾਟੇ ਦਾ ਰਹਿ ਗਿਆ ਹੈਗਾ। ਪੋਲੂਸ਼ਨ ਕੰਟਰੋਲ ਬੋਰਡ ਦੀ ਵੀ ਉਹਨਾਂ ਨੇ ਕੰਪਲੇਂਟ ਕੀਤੀ ਹੈਗੀ ਹੈ। ਨਾਲ ਉਹਨਾਂ ਨੇ ਇੱਕ ਮੰਗ ਕੀਤੀ ਹੈ ਕਿ ਜੇ ਦੇਸ਼ ਦੇ ਜਿਹੜੇ 11 ਸੂਬੇ ਨੇ ਜਿੱਥੇ ਮਿਡ ਡੇ ਮੀਲ ਦੇ ਵਿੱਚ ਐਗ ਦਿੱਤਾ ਜਾਂਦਾ, ਉਹ ਕਹਿੰਦੇ ਵੀ ਤੁਸੀਂ ਇਹ ਤੇ ਵਿਚਾਰ ਕਰੋ, ਕਿਉਂਕਿ ਤਾਂ ਕਿ ਪੰਜਾਬ ਦੀ ਜਿਹੜੀ ਪੋਲਟਰੀ ਹੈ ਉਹ ਖੜੀ ਹੋ ਸਕੇ। ਇਸ ਤਰ੍ਹਾਂ ਇਰੀਗੇਸ਼ਨ ਨਾਲ ਸੰਬੰਧਿਤ ਕੁਝ ਮਸਲੇ ਸੀਗੇ, ਮਾਲ ਮਹਿਕਮੇ ਦੇ ਕੁਝ ਮਸਲੇ ਸੀ ਕਿ ਸਾਡੀਆਂ ਜਿਹੜੀ ਤਕਸੀਮਾਂ ਨੇ ਜ਼ਿਮੀਂਦਾਰਾਂ ਦੀਆਂ ਬੜੀਆਂ ਪੈਂਡਿੰਗ ਪਈਆਂ ਨੇ, ਜਾਂ ਜਿਹੜੀਆਂ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਇਸ ਕਿਸਮ ਦੀਆਂ ਐਰਰ ਆ ਜਾਂਦੀਆਂ ਨੇ, ਉਹਦੀ ਗੱਲ ਕੀਤੀ। ਕੁਝ ਕਿਸਾਨਾਂ ਨੇ ਕਿਹਾ ਕਿ ਅੱਜ ਦੇ ਦਿਨਾਂ ਵਿੱਚ ਗੋਭੀ ਹੈ ਜਿਹੜੀ ਉਹ 2 ਰੁਪਏ ਕਿਲੋ ਵਿਕ ਰਹੀ ਹੈ। ਉਹ ਮਾਝੇ ਤੋਂ ਕਿਸਾਨ ਆਏ ਹੋਏ ਸੀਗੇ, ਤਾਂ ਉਹਨਾਂ ਨੇ ਇਹ ਗੱਲ ਉੱਥੇ ਹਾਈਲਾਈਟ ਕੀਤੀ ਹੈ ਕਿ ਇਹਦੀ ਮਾਰਕੀਟਿੰਗ ਦਾ ਕੋਈ ਪ੍ਰਬੰਧ ਕੀਤਾ ਜਾਵੇ। ਤਾਂ ਬਹੁਤ ਸਾਰੇ ਕਿਸਾਨਾਂ ਦੀ ਵੀ ਮੰਗ ਸੀ ਕਿ ਕਿਵੇਂ ਨਾ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਪਾਕਿਸਤਾਨ ਦਾ ਜਿਹੜਾ ਵਪਾਰ ਹੈ, ਖਾਸ ਕਰਕੇ ਖੇਤੀ ਵਾਲਾ ਵਪਾਰ ਹੀ ਸ਼ੁਰੂ ਕਰ ਦਿਓ, ਕਿਉਂਕਿ ਉੱਥੇ ਇੰਨੀ ਮਹਿੰਗਾਈ ਹੈ ਤੇ ਇੱਥੇ ਸਾਡੇ ਇਹਨਾਂ ਸਸਤਾ ਅਸੀਂ ਸੜਕਾਂ ਤੇ ਸਿੱਟ ਰਹੇ ਹਾਂ। ਟਮਾਟਰ ਦਾ ਵੀ ਇਹੀ ਹਾਲ ਹੈ। ਇਸ ਕਿਸਮ ਦੀ ਫੀਡਬੈਕ ਕਿਸਾਨਾਂ ਨੇ ਆਪੋ ਆਪਣੀ ਦਿੱਤੀ ਹੈ। ਸਰਕਾਰ ਨੂੰ ਇਸ ਵਿੱਚ ਕਿਸਾਨ ਮਿਲਣੀ ਦਾ ਜ਼ਰੂਰ ਫਾਇਦਾ ਹੋਏਗਾ ਕਿ ਉਹ ਜਿਹੜੀ ਓਰੀਜਨਲ ਫੀਡਬੈਕ ਹੈ, ਕਿਉਂਕਿ ਜਦੋਂ ਤਾਂ ਇਹ ਥਰੂ ਬਿਊਰੋਕ੍ਰੇਸੀ ਫੀਡਬੈਕ ਆਉਂਦੀ ਜਾਂ ਐਕਸਪਰਟ ਦੇ ਥਰੂ ਆਉਂਦੀ ਹੈ ਜਾਂ ਖੇਤੀ ਮਹਿਕਮੇ ਦੇ ਥਰੂ ਆਉਂਦੀ ਹੈ, ਤਾਂ ਬਹੁਤ ਸਾਰੀ ਮਿਲਾਵਟ ਹੋ ਜਾਂਦੀ ਹੈ ਤੇ ਉਹ ਤੇ ਮਤਲਬ ਲੇਪ ਪਾ ਦਿੱਤਾ ਜਾਂਦਾ ਹੈ। ਇਹ ਕਿਸਾਨਾਂ ਨੇ ਓਰੀਜਨਲ ਜਿਹੜੀ ਆਪਣੀ ਫੀਡਬੈਕ ਇਨਪੁੱਟ ਹੈ ਜਿਹੜੀ ਉਹ ਮੁੱਖ ਮੰਤਰੀ ਨੂੰ ਦਿੱਤੀ ਹੈ। ਤਾਂ ਦੇਖਣਾ ਇਹ ਹੋਏਗਾ ਕਿ ਠੀਕ ਹੈ, ਪਹਿਲਾਂ ਵਾਲੀਆਂ ਸਰਕਾਰਾਂ ਵੀ ਐਫਰਟਸ ਕਰਦੀਆਂ ਰਹੀਆਂ ਨੇ, ਇਹਨਾਂ ਨੇ ਵੀ ਕੀਤੀ ਹੈ, ਪਰ ਇਹ ਰਿਜ਼ਲਟ ਕੀ ਦਿੰਦੇ ਹੈ ਇਹ ਤੇ ਮਨਸਰ ਕਰੇਗਾ ਸਰ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਨੌਜਵਾਨਾਂ ਨਾਲ ਵਾਅਦਾ ਕਰ ਰਹੀ ਸੀ ਰੁਜ਼ਗਾਰ ਮੁਹੱਈਆ ਕਰਵਾਉਣ ਦਾ। ਇਹ ਗੱਲ ਮੰਨਣ ਵਾਲੀ ਹੈ ਵੀ ਕਿ ਲਗਭਗ 1 ਸਾਲ ਹੀ ਹੋਣ ਵਾਲਾ ਸਰਕਾਰ ਨੂੰ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਵੀ ਹੈ, ਨਿਯੁਕਤੀ ਪੱਤਰ ਵੀ ਮਿਲੇ ਨੇ। ਪਰ ਇੱਕ ਚੀਜ਼ ਸਿੱਖਿਆ ਵਿਭਾਗ 'ਚ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਨੌਜਵਾਨਾਂ ਨੂੰ ਨਵੇਂ ਨਿਯੁਕਤੀ ਪੱਤਰ ਮਿਲੇ ਨੇ ਉਹੀ ਨੌਜਵਾਨ ਪ੍ਰਦਰਸ਼ਨ ਕਰਦੇ ਦਿਖ ਰਹੇ ਨੇ, ਸੜਕਾਂ 'ਤੇ ਬੈਠੇ ਦਿਖ ਰਹੇ ਨੇ। ਅਸੀਂ ਇਹ ਜਾਣਨਾ ਚਾਹਾਂਗੇ ਉਹਨਾਂ ਦਾ ਕੀ ਕਾਰਨ ਹੈ, ਇਹ ਮਾਜਰਾ ਕੀ ਹੈ ਕਿਉਂਕਿ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਵੀ ਉਹਨਾਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਦੇਖੋ, ਨਵੀਂ ਸਰਕਾਰ ਦੇ ਵਿੱਚ ਜਿਹੜੀ ਇੱਕ ਰੋਲ ਸੀ ਜਿਹੜਾ ਉਹ ਜਵਾਨੀ ਦਾ ਰਿਹਾ ਸੀ ਕਿ ਨੌਜਵਾਨ ਤਬਕਾ ਆਮ ਆਦਮੀ ਪਾਰਟੀ ਨਾਲ ਜੁੜਿਆ ਸੀਗਾ। ਇਹ ਤਾਂ ਚੰਗੀ ਗੱਲ ਹੋਈ ਕਿ ਜਿਹੜੀ ਪਿਛਲੀਆਂ ਸਰਕਾਰਾਂ ਸੀ ਉਹ ਲਾਸਟ ਈਅਰ ਹੈ ਜਿਹੜੀਆਂ
ਉਹ ਰੁਜ਼ਗਾਰ ਵਾਲਾ ਜਿਹੜਾ ਪਟਾਰਾ ਖੋਲਦੀਆਂ ਸੀ ਜੀ ਬਿਲਕੁਲ। ਕਿ ਜਦੋਂ ਕੋਡ ਆਫ ਕੰਡਕਟ ਦੇ ਨੇੜੇ ਤੇੜੇ ਇਹਨਾਂ ਨੇ ਸ਼ੁਰੂਆਤ ਡੇ 1 ਤੋਂ ਕਰ ਲਈ ਹੈਗੀ ਹੈ। ਠੀਕ ਹੈ, ਜਿਵੇਂ ਮੁੱਖ ਮੰਤਰੀ ਇਹ ਵਾਅਦਾ ਵੀ ਮਤਲਬ ਦਾਅਵਾ ਵੀ ਕਰਦੇ ਨੇ ਕਿ ਅਸੀਂ 25,000 ਨੌਕਰੀਆਂ ਦੇਤੀਆਂ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ। ਚਲੋ ਇਹ ਚੰਗੀ ਗੱਲ ਹੈਗੀ ਆ, ਪਰ ਹੋ ਕੀ ਰਿਹਾ ਕਿ ਪਿਛਲੇ ਆਪਾਂ ਕੁਝ ਦਿਨਾਂ ਤੋਂ ਦੇਖ ਰਹੇ ਹੈਗੇ ਆ ਕਿ ਜਿਸ ਤਰ੍ਹਾਂ ਕੱਲ੍ਹ ਹੀ ਮੁੱਖ ਮੰਤਰੀ ਦੀ ਕੋਠੀ ਜਿਹੜੀ ਸੰਗਰੂਰ ਹੈ ਉੱਥੇ ਪ੍ਰੋਟੈਸਟ ਹੋਇਆ। ਉਹ ਕਹਿੰਦੇ ਕਿ ਇੱਕ 41-61 ਜਿਹੜੇ ਸਿਲੈਕਟਡ ਟੀਚਰ ਹੈਗੇ ਨੇ ਉਹਨਾਂ ਦੀ ਯੂਨੀਅਨ ਬਣੀ ਹੋਈ ਹੈ। ਉਹ ਕਹਿੰਦੇ ਕਿ ਮੁੱਖ ਮੰਤਰੀ ਨੇ ਸਾਨੂੰ 5 ਜਨਵਰੀ ਨੂੰ ਲੁਧਿਆਣਾ 'ਚ ਨਿਯੁਕਤੀ ਪੱਤਰ ਦਿੱਤੇ ਸੀਗੇ 3910 ਨੂੰ ਅਲੱਗ-ਅਲੱਗ ਮਾਸਟਰ ਕਾਡਰ ਦੇ ਵਿੱਚ, ਪਰ ਉਹ ਕਹਿੰਦੇ ਕਿ ਸਾਨੂੰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ। ਇੰਨਾ ਟਾਈਮ ਹੋ ਗਿਆ। ਹੁਣ ਹੋਇਆ ਤੇ ਸ਼ਕੀਕ ਕਿ ਜਿਹੜੇ ਲੋਕ ਵਿਚਾਰੇ ਪਹਿਲਾਂ ਯੂਥ ਜਾਂ ਮੁੰਡੇ ਕੁੜੀਆਂ ਨੌਕਰੀਆਂ ਕਿਤੇ ਹੋਰ ਕਰਦੇ ਸੀ ਪ੍ਰਾਈਵੇਟ, ਉਹਨਾਂ ਨੇ ਇਸ ਆਸ 'ਚ ਕਿ ਨਿਯੁਕਤੀ ਪੱਤਰ ਮਿਲ ਗਏ ਉਹ ਨੌਕਰੀਆਂ ਛੱਡਤੀਆਂ। ਬਿਲਕੁਲ। ਇੱਧਰੋਂ ਉਹਨਾਂ ਨੂੰ ਸਟੇਸ਼ਨ ਨਹੀਂ ਮਿਲ ਰਹੇ ਜੀ। ਹੁਣ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਇਹ ਨਾ ਹੋਵੇ ਸਰਕਾਰ ਦਾ ਕਿ ਚਲੋ ਵੀ ਪੈਸੇ ਬਚਾਓ ਆਪਾਂ ਤੇ ਅੱਗੇ ਇਹਨੂੰ ਜੂਨ ਜੁਲਾਈ ਤੱਕ ਲੈ ਜਾਣੇ। ਇਹ ਸਰਕਾਰ ਦਾ ਪੱਖ ਅਜੇ ਸਾਡੇ ਕੋਲ ਇਸ ਬਾਰੇ ਨਹੀਂ ਆਇਆ ਕਿ ਉਹਨਾਂ ਦੀ ਕੀ ਪਾਲਿਸੀ ਹੈਗੀ, ਪਰ ਜੋ ਕਹਿ ਰਹੇ ਨੇ ਜਿਹੜੀ ਉਹ ਯੂਨੀਅਨ ਉਹਨਾਂ ਦੀ ਬਣੀ ਹੋਈ ਹੈ ਕਿ ਜੇ ਸਰਕਾਰ ਨੇ ਸਾਨੂੰ ਸਟੇਸ਼ਨ ਨਾ ਅਲਾਟ ਕੀਤੇ ਤਾਂ ਅਸੀਂ ਹਰ ਹਫ਼ਤੇ ਜਿਹੜੀ ਹੈਗੀ ਆ ਉਹ ਸੰਗਰੂਰ ਦੇ ਵਿੱਚ ਪ੍ਰੋਟੈਸਟ ਕਰਿਆ ਕਰਨਗੇ। ਤਾਂ ਸਰਕਾਰ ਨੂੰ ਖਾਸ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਇਸ ਪਾਸੇ ਜਿਹੜਾ ਧਿਆਨ ਦੇਣ ਦੀ ਲੋੜ ਹੈਗੀ ਹੈ, ਕਿਉਂਕਿ ਅੱਗੇ ਉਹ ਕਹਿੰਦੇ ਇੱਕ ਇਹ ਵੀ ਗੱਲ ਚੱਲੀ ਕਿ ਅਗਲੇ ਜਿਹੜਾ ਵਿਦਿਅਕ ਸੈਸ਼ਨ ਉਹ ਉਦੋਂ ਦੇਵਾਂਗੇ ਅਸੀਂ। ਹੁਣ ਇਹਨਾਂ ਦੀ ਇਹ ਮੰਗ ਹੈ ਕਿ ਸਾਡੇ ਬੱਚੇ ਜਿਹਨਾਂ ਦੇ ਛੋਟੇ ਸਕੂਲ ਪੜ੍ਹਨ ਲਾਉਣੇ ਨੇ, ਮੰਨ ਲਓ ਕੋਈ ਜਿਹੜਾ ਕੈਂਡੀਡੇਟ ਹੈ ਉਹਨੂੰ ਪਟਿਆਲੇ ਦਾ ਰਹਿਣ ਵਾਲਾ ਹੈ ਤਾਂ ਉਹਨੇ ਆਪਣਾ ਬੱਚਾ ਪਟਿਆਲੇ ਪੜ੍ਹਨ ਪਾਤਾ, ਪਰ ਸਟੇਸ਼ਨ ਉਹਨੂੰ ਮਿਲ ਗਿਆ ਗੁਰਦਾਸਪੁਰ। ਉਸ ਤੋਂ ਬਾਅਦ ਉਹ ਕਹਿੰਦੇ ਜੇ ਸਾਨੂੰ ਟਾਈਮਲੀ ਪਤਾ ਲੱਗ ਜਾਏਗਾ, ਇੱਕ ਤਾਂ ਇਹ ਵੀ ਸਾਡਾ ਜਿਹੜਾ ਪੁਰਾਣੇ ਅਸੀਂ ਨੌਕਰੀਆਂ ਕਿਸੇ ਨੇ 40,000 ਤੇ ਨੌਕਰੀ 30,000 ਤੇ ਉਹਦੀ ਪੂਰਤੀ ਹੋ ਜਾਏਗੀ। ਇੱਕ ਸਾਡੇ ਬੱਚਿਆਂ ਦਾ ਭਵਿੱਖ ਦੀ ਮਸਲਾ, ਇੱਕ ਉਹਨਾਂ ਨੂੰ ਰਹਿੰਦਾ ਕਿ ਕਿਤੇ ਹਾਈ ਕੋਰਟ 'ਚ ਮਸਲਾ ਕੋਈ ਚੱਲ ਗਿਆ ਅਸੀਂ ਫੇਰ ਨਾ ਲਟਕ ਜਾਈਏ। ਇਸ ਤਰ੍ਹਾਂ 672 ਜਿਹੜੇ ਹੈੱਡ ਟੀਚਰ ਹੈ ਉਹਨਾਂ ਦਾ ਵੀ ਮਸਲਾ ਆਇਆ। ਉਹ ਕਹਿੰਦੇ ਕਿ ਅਸੀਂ PPSC ਰਾਹੀਂ ਨਿਯੁਕਤ ਹੋਏ ਸੀਗੇ ਤੇ ਅਸੀਂ 3 ਸਾਲ ਦਾ ਜਿਹੜਾ ਪਰਖ ਕਾਲ ਦਾ ਸਮਾਂ ਵੀ ਪੂਰਾ ਕਰ ਲਿਆ ਤੇ ਸਰਕਾਰ ਨੇ ਅਜੇ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ। ਇਸ ਤਰ੍ਹਾਂ ਪੁਲਿਸ ਮਹਿਕਮੇ ਦੇ ਵਿੱਚ ਹੈਗੇ ਨੇ ਕਾਂਸਟੇਬਲ, ਸਬ ਇੰਸਪੈਕਟਰ, ਹੈੱਡ ਕਾਂਸਟੇਬਲ, ਉਹਨਾਂ ਦੀ ਵੀ ਮਤਲਬ ਨਿਯੁਕਤੀ ਹੈ ਆਪਣਾ ਪ੍ਰੋਸੈਸ ਹੈ ਜਿਹੜਾ ਉਹ ਅੱਧ ਵਿਚਾਲੇ ਲਟਕਿਆ ਹੋਵੇ। ਚੰਗਾ ਹੋਵੇ ਕਿ ਸਰਕਾਰ ਜਿੱਥੇ ਨਵੀਆਂ ਨੌਕਰੀ ਦੇਣ ਦੇ ਵਾਅਦੇ ਕਰ ਰਹੀ ਹੈ, ਦਾਅਵੇ ਕਰ ਰਹੀ ਹੈਗੀ ਹੈ, ਕਿ ਜਿੱਥੇ ਇਸ ਕਿਸਮ ਦੀਆਂ ਕੋਈ ਪੁਰਾਣੇ ਬੈਕਲੌਗ ਪਏ ਆ ਉਹਨਾਂ ਨੂੰ ਵੀ ਕਲੀਅਰ ਕਰੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।